ਜਦੋਂ ਬੰਦੇ ਨੂੰ ਪਤਾ ਹੈ ਕਿ ਪੁਲਿਸ ਦਾ ਘੇਰਾ ਪੈ ਗਿਆ, ਗੋਲੀ ਚੱਲ ਰਹੀ ਹੈ, ਇਹ ਵੀ ਬੜੀ ਹਾਈਲੀ ਇੰਪਰੋਬੇਬਲ ਹੈਗਾ ਕਿ ਬੰਦਾ ਆਪ ਦਾ ਪਜਾਮਾ ਲਾ ਕੇ ਤੇ ਨਿੱਕਰ ਪਾ ਕੇ ਈਜ਼ੀ ਮੂਡ ਵਿੱਚ ਉੱਥੇ ਤੁਰਿਆ ਫਿਰੇਗਾ। 9 ਨੂੰ ਐਨਕਾਊਂਟਰ ਹੁੰਦਾ ਕਲਕੱਤਾ ਦੇ ਵਿੱਚ, 10 ਨੂੰ ਫੈਮਿਲੀ ਜਿਹੜੀ ਹੈ ਕਲਕੱਤਾ ਪਹੁੰਚ ਜਾਂਦੀ ਹੈ ਬਾਏ ਏਅਰ। 10 ਨੂੰ ਕਹਿੰਦੇ ਨੇ ਕਿ 11 ਨੂੰ ਸਵੇਰੇ ਅਸੀਂ ਤੁਹਾਨੂੰ ਹਸਪੀਟਲ ਲੈ ਕੇ ਜਾਵਾਂਗੇ, ਜਿੱਥੇ ਡੈੱਡ ਬੋਡੀ ਅਸੀਂ ਤੁਹਾਨੂੰ ਦਿਖਾਵਾਂਗੇ। 12 ਨੂੰ ਆਲ ਆਫ ਸਡਨ 11 ਵਜੇ ਕਹਿੰਦੇ ਜੀ ਤੁਹਾਡੇ ਬੱਚੇ ਦਾ ਜਿਹੜਾ ਪੋਸਟਮਾਰਟਮ ਹੋ ਗਿਆ, ਹੁਣ ਤੁਸੀਂ 17,000 ਰੁਪਇਆ ਚਾਰਜਸ ਦੇ ਦਿਓ। ਇਹ ਜਿਹੜੀ ਡੈੱਡ ਬੋਡੀ ਹੈਗੀ ਹੈ ਬੱਚੇ ਤੁਹਾਡੇ ਦਾ ਜਿਹੜੇ ਮੌਤ ਹੋਈ ਹੈ ਇਨਕਾਊਂਟਰਸ ਗੋਲੀਆਂ ਲੱਗਣ ਕਰਕੇ ਹੋਈ ਹੈ, ਤੇ ਅਸੀਂ ਬੋਡੀ ਨੂੰ ਕੈਮੀਕਲ ਲਾ ਕੇ ਰੈਪ ਕਰ ਦਿੱਤਾ ਹੈ, ਕੋਫਿਟ ਕਰਕੇ ਤੁਸੀਂ ਇਹਨੂੰ ਖੋਲ੍ਹਣਾ ਨਹੀਂ ਹੈ, ਸਿੱਧਾ ਸੰਸਕਾਰ ਕਰਨਾ। 12 ਜੂਨ ਨੂੰ ਜਿਹੜਾ ਫਿਰੋਜ਼ਪੁਰ ਚਲੇ ਜਾਂਦੀ, ਉੱਥੇ ਰਾਤ ਨੂੰ ਜਦੋਂ ਫੈਮਿਲੀ ਬੋਡੀ ਨੂੰ ਖੋਲ੍ਹ ਕੇ ਦੇਖਦੀ ਹੈ, ਉਹ ਦੇਖਦੀ ਹੈ ਕਿ ਜਿਹੜੇ ਇੱਕ ਬਾਂਹ 2 ਜਗ੍ਹਾ ਤੋਂ ਟੁੱਟੀ ਹੋਈ ਹੈ, ਸ਼ਾਰਪ ਇੰਜਰੀਜ਼ ਨੇ। ਸੋ ਸਵੇਰੇ ਫੋਟੋਗ੍ਰਾਫਰ ਨੂੰ ਲਿਆ ਕੇ ਉਹਦੀ ਫੋਟੋਗ੍ਰਾਫੀ ਕਰਦੇ ਨੇ, ਵੀਡੀਓ ਬਣਾਉਂਦੇ ਨੇ, ਤੇ ਫਿਰ ਇਮੀਡੀਏਟ ਇਫੈਕਟ ਡਿਪਟੀ ਕਮਿਸ਼ਨਰ ਦੇ ਨੋਟਿਸ ਲਿਆ ਦਿੰਦੇ ਨੇ ਕਿ ਇਹ ਜਿਹੜਾ ਵਾ ਟਾਰਚਰ ਕੇਸ ਹੈਗਾ, ਇਹ ਤਾਂ ਸੈਕਿੰਡ ਪੋਸਟਮਾਰਟਮ ਹੋਣਾ ਚਾਹੀਦਾ। ਸੈਕਿੰਡ ਪੋਸਟਮਾਰਟਮ ਵਿਦ ਐਵੀਡੈਂਸ ਅਸੀਂ ਫੋਟੋਗ੍ਰਾਫਸ ਦੇ ਨਾਲ ਦੱਸਿਆ ਹੈ ਕਿ ਇਹ ਜਿਹੜਾ ਇਹਦੀ ਬਾਂਹ ਜਿਹੜੀ ਹੈ 2 ਜਗ੍ਹਾ ਤੋਂ ਤੋੜੀ ਗਈ, ਬੋਡੀ ਦੇ ਹੋਰ ਪਾਰਟਸ ਦੇ ਉੱਪਰ ਸ਼ਾਰਪ ਇੰਜਰੀਜ਼ ਹੈਗੀਆਂ ਨੇ। ਸੋ ਇਹ ਗੱਲਾਂ ਨੂੰ ਲੈ ਕੇ ਅਸੀਂ ਕੋਰਟ ਨੂੰ ਕਿਹਾ ਸੀ ਕਿ ਫੇਕ ਇਨਕਾਊਂਟਰ ਮੈਟਰ ਹੈਗਾ, ਜਿਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਇਨਕਾਊਂਟਰ ਕਰਨ ਤੋਂ ਪਹਿਲੇ ਫੜਿਆ ਗਿਆ, ਫਿਰ ਟਾਰਚਰ ਕੀਤਾ ਗਿਆ, ਫਿਰ ਮਾਰਿਆ ਗਿਆ। ਜਿਹੜੀ ਪੋਸਟਮਾਰਟਮ ਰਿਪੋਰਟ ਇੱਕ ਜਿਹੜੀ ਕੈਲਕੱਤਾ ਦੇ ਵਿੱਚ ਹੋ ਚੁੱਕੀ ਹੈ ਪਹਿਲੀ, ਕੀ ਉਹ ਤੁਹਾਡੇ ਕੋਲ ਹਾਲੇ ਤੱਕ ਮਿਲ ਚੁੱਕੀ ਹੈ? ਪੁਲਿਸ ਨੇ ਤਾਂ ਸਾਨੂੰ ਨੇੜੇ ਵੀ ਨਹੀਂ ਲੱਗਣ ਦਿੱਤਾ। ਡੈਡ ਬੋਡੀ ਨੂੰ 9 ਤਰੀਕ ਤੋਂ ਲੈ ਕੇ ਆਪਦੇ ਕਬਜ਼ੇ 'ਚ ਲੈ ਰੱਖਿਆ, 12 ਨੂੰ ਵੀ ਸਾਨੂੰ ਨੇੜੇ ਨਹੀਂ ਜਾਣ ਦਿੱਤਾ। ਇਹ ਪੰਜਾਬ ਪੁਲਿਸ ਦੀ ਮਾਈਂਡ ਦੇ ਵਿੱਚ ਉਹਨਾਂ ਨੂੰ ਪਤਾ ਸੀ ਕਿ ਅਸੀਂ ਗਲਤ ਕੰਮ ਕੀਤਾ। ਉਹਨਾਂ ਦਾ ਤਾਂ ਇਹ ਪ੍ਰੈਸ਼ਰ ਸੀ ਕਿ ਤੁਸੀਂ ਬਤਾਓ ਇਹਨੂੰ ਨਹਾਉਣ ਧੋਣ ਤੋਂ ਬਿਨਾਂ ਵੀ ਸਿੱਧਾ ਹੀ ਸੰਸਕਾਰ ਕਰ। ਐਡਵੋਕੇਟ ਸਾਹਿਬ, ਜਦੋਂ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਹੁਣ ਉਹਨਾਂ ਦੀ ਜੁਡੀਸਫਿਕੇਸ਼ਨ ਦੇ ਵਿੱਚ ਨਹੀਂ ਹੈ, ਤਾਂ ਤੁਸੀਂ ਕੈਲਕੱਤਾ ਕੋਰਟ ਦੇ ਵਿੱਚ ਕਿਉਂ ਨਹੀਂ ਜਾ ਰਹੇ? ਤੁਸੀਂ ਕਿਉਂ ਸੁਪਰੀਮ ਕੋਰਟ ਦੀ ਤਰਫ ਰੁਖ ਕਰ ਰਹੇ ਹੋ? ਹੁਣ ਮੈਂ ਬੜਾ ਹੈਰਾਨ ਹਾਂ ਕਿ ਇਸੇ ਪੰਜਾਬ ਸਰਕਾਰ ਨੇ, ਇਸੇ ਪੰਜਾਬ ਪੁਲਿਸ ਨੇ ਇੱਕੋ ਭਿੱਖੀ ਪਿੰਡ ਦਾ ਔਰ ਉਹਦਾ ਏਜੰਟ ਸੀ ਸਰਬਜੀਤ, ਉਹਨੂੰ ਲਿਆ ਕੇ ਅੰਮ੍ਰਿਤਸਰ ਜੇ ਉਹਦਾ ਸੈਕਿੰਡ ਪੋਸਟਮਾਰਟਮ ਹੋ ਸਕਦਾ ਹੈ, ਫਿਰ ਤੇ ਇੱਥੇ ਕੋਰਟ ਨੂੰ ਆਬਜੈਕਟ ਕਰਨਾ ਚਾਹੀਦਾ ਸੀ, ਪੰਜਾਬ ਸਰਕਾਰ ਨੂੰ ਆਬਜੈਕਟ ਕਰਨਾ ਚਾਹੀਦਾ ਸੀ ਕਿ ਸਰਬਜੀਤ ਦੀ ਮੌਤ ਤਾਂ ਲਾਹੌਰ 'ਚ ਹੋਈ ਹੈ, ਉੱਥੇ ਸੈਕਿੰਡ ਪੋਸਟਮਾਰਟਮ ਹੋਏ, ਉੱਥੇ ਤਾਂ ਇਹ ਆਬਜੈਕਟ ਨਹੀਂ ਕਰਦੇ। ਗੈਂਗਸਟਰ ਜੈਪਾਲ ਭੁੱਲਰ ਦਾ ਇੱਕ ਸਾਥੀ ਸੀਗਾ ਜਿਸ ਨੂੰ ਆਪਣਾ ਛੋਟਾ ਭਰਾ ਬੰਦਾ ਸੀ, ਸ਼ੇਰਾ ਕੁੱਬਨ, ਉਹ ਵੀ ਤੁਹਾਨੂੰ ਯਾਦ ਹੋਵੇ ਬਠਿੰਡੇ ਦੇ ਵਿੱਚ ਐਨਕਾਊਂਟਰ ਹੋਇਆ ਸੀਗਾ। ਉਹਦੇ ਵੀ ਘਰਦਿਆਂ ਨੇ ਪਟੀਸ਼ਨ ਪਾਈ ਹੋਈ, ਲਗਾਤਾਰ ਕੇਸ ਚੱਲ ਰਿਹਾ ਕਿ ਫੇਕ ਐਨਕਾਊਂਟਰ। ਕੀ ਲੱਗਦਾ ਕਿ ਜਦੋਂ ਗੈਂਗਸਟਰ ਦਾ ਐਨਕਾਊਂਟਰ ਹੋ ਜਾਂਦਾ ਉਸ ਤੋਂ ਬਾਅਦ ਪਰਿਵਾਰ ਹਮੇਸ਼ਾ ਹੀ ਫੇਕ ਐਨਕਾਊਂਟਰ ਦੀ ਜਿਹੜੀ ਕਹਾਣੀ ਹੈ ਉਹ ਵੀ ਆਪਣੇ ਵੱਲੋਂ ਕਹਿਣਾ ਸ਼ੁਰੂ ਕਰ ਦਿੰਦਾ ਹੈ? ਤੁਸੀਂ ਉਸ ਪੁਲਿਸ ਤੇ ਰਿਲਾਈ ਕਰ ਰਹੇ ਹੋ ਜਿਹਦਾ ਡੀਜੀਪੀ ਸੀਬੀਆਈ ਨੇ ਪੰਜਾਬ ਦੇ ਡੀਜੀਪੀ ਸਮੇਤ ਸੈਣੀ ਤੇ 2 ਕਤਲਾਂ ਦੇ ਪਰਚੇ ਵੱਖੋ ਵੱਖਰੇ ਦਰਜ ਕੀਤੇ ਨੇ। ਇੱਕ ਕੇਸ 'ਚ ਉਹਨੇ 3 ਬੰਦੇ ਕਤਲ ਕੀਤੇ, ਇੱਕ 'ਚ 2 ਕਤਲ ਕੀਤੇ। ਜੀ ਇਹ ਟੈਕਨੀਕਲ ਇਸ਼ੂਜ਼ ਦੇ ਵਿੱਚ ਜੇ ਸਰਕਾਰ ਚਾਹੁੰਦੀ ਹੈ, ਕੋਰਟਸ ਚਾਹੁੰਦੀਆਂ ਨੇ ਕਿ ਡੈਡ ਬੋਡੀ ਪਈ ਖਰਾਬ ਹੋ ਜਾਏ, ਗਲ ਜਾਏ, ਤੇ ਫਿਰ ਲੋਕਾਂ ਦਾ ਜਿਹੜਾ ਲਾਸਟ ਲੋਕ ਫੇਥ ਕਰਦੇ ਨੇ ਕਿ ਜਿਹੜੀਆਂ ਕੋਰਟਸ ਇਨਸਾਫ ਕਰਦੀਆਂ ਨੇ, ਫਿਰ ਉਹ ਜਿਹੜਾ ਲੋਕਾਂ ਦਾ ਵਿਸ਼ਵਾਸ ਹੈ ਉਹ ਘਟੇਗਾ। ਸਤਿ ਸ੍ਰੀ ਅਕਾਲ, ਸਕਾਈ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ, ਤੇ ਮੈਂ ਤੁਹਾਡੇ ਨਾਲ ਪ੍ਰਕਾਸ਼ ਫੁਲਾਰਾ। ਗੈਂਗਸਟਰ ਜੈਪਾਲ ਭੁੱਲਰ 9 ਜੂਨ ਨੂੰ ਕੋਲਕਾਤਾ ਦੇ ਵਿੱਚ ਐਨਕਾਊਂਟਰ ਹੋ ਜਾਂਦਾ ਹੈ ਤੇ ਨਾਲ ਉਸ ਦਾ ਸਾਥੀ ਜੱਸੀ ਵੀ ਢੇਰ ਕਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਪਰਿਵਾਰ ਇੱਕ ਮੰਗ ਚੁੱਕਦਾ ਹੈ। ਅੱਜ 17 ਤਰੀਕ ਹੋ ਚੁੱਕੀ ਹੈ, ਲੇਕਿਨ ਹਾਲੇ ਤੱਕ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਹੋ ਸਕਿਆ। ਫਿਰੋਜ਼ਪੁਰ ਦੇ ਉਹਦੇ ਜੱਦੀ ਘਰ ਦਸ਼ਮੇਸ਼ ਨਗਰ ਦੇ ਵਿੱਚ ਇਸ ਵੇਲੇ ਮ੍ਰਿਤਕ ਦੇਹ ਪਈ ਹੋਈ ਹੈ। ਲੇਕਿਨ ਪਰਿਵਾਰ ਦੀ ਇੱਕ ਮੰਗ ਹੈ ਕਿ ਦੁਬਾਰਾ ਤੋਂ ਜਿਹੜੀ ਪੁਲਿਸ ਹੈਗੀ ਹੈ ਉਹ ਪੋਸਟਮਾਰਟਮ ਕਰਵਾਵੇ। ਪਰਿਵਾਰ ਨੇ ਹਾਈ ਕੋਰਟ ਦਾ ਰੁਖ ਕੀਤਾ। ਅੱਜ ਉੱਥੋਂ ਜਿਹੜੀ ਪਟੀਸ਼ਨ ਲਗਾਈ ਸੀਗੀ ਹਾਈ ਕੋਰਟ ਦੇ ਵਿੱਚ ਕਿ ਦੁਬਾਰਾ ਤੋਂ ਪੋਸਟਮਾਰਟਮ ਕੀਤਾ ਜਾਵੇ ਜਾਂ ਫਿਰ ਪੀਜੀਆਈ ਦੇ ਵਿੱਚ ਜਿਹੜਾ ਮ੍ਰਿਤਕ ਦੇਹ ਹੈ ਉਸ ਨੂੰ ਉੱਥੇ ਰੱਖਿਆ ਜਾਵੇ, ਲੇਕਿਨ ਸਾਫ਼ ਤੌਰ ਤੇ ਅੱਜ ਜਿਹੜੀ ਪਟੀਸ਼ਨ ਹੈਗੀ ਉਹ ਹਾਈ ਕੋਰਟ ਨੇ ਖਾਰਿਜ ਕਰ ਦਿੱਤੀ, ਜਿਸ ਤੋਂ ਬਾਅਦ ਇੱਕ ਵੱਡਾ ਸਵਾਲ ਜਿਹੜਾ ਹੈਗਾ ਪਰਿਵਾਰ ਦੇ ਵੱਲੋਂ ਵੀ ਚੁੱਕਿਆ ਜਾ ਰਿਹਾ ਹੈ। ਲੇਕਿਨ ਸਾਨੂੰ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਪਰਿਵਾਰ ਜਿਸ ਨੂੰ ਹਾਈ ਕੋਰਟ ਤੋਂ ਝਟਕਾ ਮਿਲਿਆ ਉਹ ਹੁਣ ਸੁਪਰੀਮ ਕੋਰਟ ਦਾ ਰੁਖ ਅਖਤਿਆਰ ਕਰਨ ਲਈ ਜਾ ਰਿਹਾ। ਇਹਨਾਂ ਪੂਰੇ ਮਾਮਲੇ ਦੇ ਵਿੱਚ ਆਖਰ ਅੱਜ ਪਟੀਸ਼ਨ ਜਦੋਂ ਖਾਰਿਜ ਹੋਈ, ਅੱਜ ਸੁਣਵਾਈ ਦੇ ਵਿੱਚ ਹਾਈ ਕੋਰਟ ਦੇ ਵਿੱਚ ਕੀ ਕੁਝ ਹੋਇਆ, ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜੈਪਾਲ ਭੁੱਲਰ ਦੇ ਪਰਿਵਾਰ ਦੇ ਵਕੀਲ ਐਡਵੋਕੇਟ ਸਿਮਰਨਜੀਤ ਜੀ ਨੇ, ਜਿਨ੍ਹਾਂ ਦੇ ਨਾਲ ਚਰਚਾ ਕਰਾਂਗੇ ਤੇ ਗੱਲਬਾਤ ਕਰਾਂਗੇ ਕਿ ਆਖਰ ਹੁਣ ਅੱਗੇ ਸੁਪਰੀਮ ਕੋਰਟ ਦਾ ਰੁਖ ਕਦੋਂ ਕੀਤਾ ਜਾ ਰਿਹਾ। ਤਾਂ ਸਿਮਰਨਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਕਾਈ ਨਿਊਜ਼ ਪੰਜਾਬ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾ ਸਵਾਲ ਇਹੀ, ਪਟੀਸ਼ਨ ਤੁਹਾਡੀ ਖਾਰਿਜ ਕਰ ਦਿੱਤੀ ਗਈ ਹੈ ਹਾਈ ਕੋਰਟ ਦੇ ਵੱਲੋਂ, ਤਾਂ ਫੈਸਲੇ ਵਾਲੇ ਦਿਨ ਕੀ ਕੁਝ ਸੁਣਵਾਈ ਦੇ ਵਿੱਚ ਰਿਹਾ ਹੈ
ਸਭ ਤੋਂ ਪਹਿਲਾਂ ਦਰਸ਼ਕ ਇਹੀ ਜਾਣਨਾ ਚਾਹੁੰਦੇ ਕਿ ਆਖਰ ਜੱਜ ਨੇ ਜਦੋਂ ਫੈਸਲਾ ਸੁਣਾਇਆ, ਪਟੀਸ਼ਨ ਖਾਰਿਜ ਕੀਤੀ, ਤਾਂ ਕੀ ਕੁਝ ਅੰਦਰ ਜਿਹੜੀ ਹੈਗੀਆਂ ਗੱਲਬਾਤ ਹੁੰਦੀ ਰਹੀ ਹੈ? ਅਸੀਂ ਜਿਹੜੀ ਪਟੀਸ਼ਨ ਫਾਈਲ ਕੀਤੀ ਸੀ ਬਹੁਤ ਲਿਮਟਿਡ ਗਰਾਊਂਡਸ ਦੇ ਉੱਪਰ ਸੀ। ਅਸੀਂ ਸਿੰਗਲ 1 ਪੁਆਇੰਟ ਸਾਡੀ ਜਿਹੜੀ ਪਟੀਸ਼ਨ ਸੀ ਕਿ ਬਾਡੀ ਦਾ ਸੈਕਿੰਡ ਪੋਸਟਮਾਰਟਮ ਕੀਤਾ ਜਾਏ। ਸੈਕਿੰਡ ਪੋਸਟਮਾਰਟਮ ਵਿਦ ਐਵੀਡੈਂਸ ਅਸੀਂ ਫੋਟੋਗ੍ਰਾਫਸ ਦੇ ਨਾਲ ਦੱਸਿਆ ਹੈ ਕਿ ਇਹ ਜਿਹੜਾ ਉਹਦੀ ਬਾਂਹ ਜਿਹੜੀ ਹੈ 2 ਜਗ੍ਹਾ ਤੋਂ ਤੋੜੀ ਗਈ ਹੈ ਜੀ, ਹੈ ਨਾ। ਬਾਡੀ ਦੇ ਹੋਰ ਪਾਰਟਸ ਦੇ ਉੱਪਰ ਸ਼ਾਰਪ ਇੰਜਰੀਜ਼ ਹੈਗੀਆਂ ਨਹੀਂ, ਬਿਲਕੁਲ, ਹੈ ਨਾ। ਸੋ ਇਹ ਗੱਲਾਂ ਨੂੰ ਲੈ ਕੇ ਅਸੀਂ ਕੋਰਟ ਨੂੰ ਕਿਹਾ ਸੀ ਕਿ ਇਹ ਜਿਹੜਾ ਕੇਸ ਹੈ ਟਾਰਚਰ ਕੇਸ ਨਹੀਂ ਲੱਗਦਾ, ਇਹ ਮਤਲਬ ਫੇਕ ਇਨਕਾਊਂਟਰ ਮੈਟਰ ਹੈਗਾ, ਜਿਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਇਨਕਾਊਂਟਰ ਕਰਨ ਤੋਂ ਪਹਿਲੇ ਫੜਿਆ ਗਿਆ ਹੈ ਜੀ, ਫਿਰ ਟਾਰਚਰ ਕੀਤਾ ਗਿਆ, ਫਿਰ ਮਾਰਿਆ ਗਿਆ ਜੀ। ਸੋ ਇੱਕ ਕੱਲ ਅਸੀਂ ਸੈਕਿੰਡ ਐਪਲੀਕੇਸ਼ਨ ਨਾਲ ਮੂਵ ਕੀਤੀ ਸੀ, ਉਸ 'ਚ ਆਪਾਂ ਕੋਰਟ ਨੂੰ ਪ੍ਰੇਅਰ ਕੀਤੀ ਸੀ ਕਿਉਂਕਿ 9 ਜੂਨ ਦਾ ਜਿਹੜਾ ਡੈਡ ਬੋਡੀ ਲਾਈ ਕਰ ਰਹੀ ਹੈ, ਅੱਜ 8 ਦਿਨ ਹੋ ਗਏ ਨੇ। ਸੋ ਅਸੀਂ ਚਾਹੁੰਦੇ ਹਾਂ ਕੋਰਟ ਜਦ ਤੱਕ ਕੇਸ ਪੈਂਡਿੰਗ ਹੈਗਾ, ਇਹਨੂੰ ਕਿੰਨਾ ਟਾਈਮ ਲੱਗਣਾ ਹੈ, ਅਸੀਂ ਚਾਹੁੰਦੇ ਹਾਂ ਕਿ ਉਹ ਜਿਹੜਾ ਯੂਰਿਸਡਿਕਸ਼ਨ ਮਤਲਬ ਜਿਹੜਾ ਦੀ ਜਦੋਂ ਡਿਸਾਈਡ ਕਰਨਾ ਹੈ ਤੁਸੀਂ ਵੀ ਇਨ ਦਾ ਮੇਨ ਟਾਈਮ ਡੈਡ ਬੋਡੀ ਡਿਟੀਰੀਓਰੇਟ ਨਾ ਹੋਏ, ਖਰਾਬ ਨਾ ਹੋਏ ਜੀ, ਤੁਸੀਂ ਡੈਡ ਬੋਡੀ ਨੂੰ ਜਿਹੜਾ ਸਾਡਾ ਐਟ ਓਨ ਕਾਸਟ ਪੀਜੀਆਈ ਸ਼ਿਫਟ ਕਰ ਦਿਓ ਤਾਂ ਜੋ ਕਿ ਸਪੈਸ਼ਲਿਸਟ ਡਾਕਟਰਸ ਦੀ ਸੁਪਰਵਿਜ਼ਨ ਦੇ ਵਿੱਚ ਇਹਨੂੰ ਆਪਾਂ ਪ੍ਰੀਜ਼ਰਵ ਕਰ ਸਕੀਏ ਜੀ। ਇਹ ਦੋਨੋਂ ਗਰਾਊਂਡਸ ਨੂੰ ਅੱਜ ਸਾਡੀਆਂ ਜਿਹੜੀਆਂ ਸੀ ਦੋਨੋਂ ਡਿਮਾਂਡਸ ਨੂੰ ਕੋਰਟ ਨੇ ਡਿਸਮਿਸ ਕਰ ਦਿੱਤਾ ਹੈ। ਜੱਜ ਸਾਹਿਬ ਦੀ ਕੁਆਰੀ ਜਿਹੜਾ ਜਵਾਬ ਸੀ ਸਾਨੂੰ ਉਹਨਾਂ ਦਾ ਪਹਿਲਾ ਸੀ ਕਿ ਤੁਹਾਡਾ ਜੂਰਿਸਡਿਕਸ਼ਨ ਨਹੀਂ ਬਣਦਾ ਹੈ, ਓਕੇ, ਕਿਉਂਕਿ ਜਿਹੜਾ ਇਨਕਾਊਂਟਰ ਹੋਇਆ ਹੈ ਇਹ ਕੈਲਕਟਾ ਦੇ ਵਿੱਚ ਹੋਇਆ ਹੈ, ਪੋਸਟਮਾਰਟਮ ਉੱਥੇ ਹੋਇਆ ਹੈ। ਸੋ ਤੁਸੀਂ ਕੈਲਕਟਾ ਹਾਈ ਕੋਰਟ ਦੇ ਵਿੱਚ ਇਹਨੂੰ ਚੈਲੰਜ ਕਰੋ। ਫਿਰ ਮੈਂ ਕੋਰਟ ਨੂੰ ਬਰੀਫ ਕੀਤਾ ਸੀ ਕਿ 9 ਨੂੰ ਐਨਕਾਊਂਟਰ ਹੁੰਦਾ ਕੈਲਕਟਾ ਦੇ ਵਿੱਚ, 10 ਨੂੰ ਫੈਮਿਲੀ ਜਿਹੜੀ ਹੈ ਕੈਲਕਟਾ ਪਹੁੰਚ ਜਾਂਦੀ ਹੈ ਬਾਈ 에ਅਰ ਜੀ, ਨਾ ਤੇ 10 ਤਰੀਕ ਨੂੰ ਫੈਮਿਲੀ ਨੂੰ ਇਹ ਕਿਸੇ ਪਾਸੇ ਲੈ ਕੇ ਗਏ, ਹੈ ਨਾ। 10 ਨੂੰ ਕਹਿੰਦੇ ਨੇ ਕਿ 11 ਨੂੰ ਸਵੇਰੇ ਅਸੀਂ ਤੁਹਾਨੂੰ ਹਸਪੀਟਲ ਲੈ ਕੇ ਜਾਵਾਂਗੇ ਜਿੱਥੇ ਡੈਡ ਬੋਡੀ ਅਸੀਂ ਤੁਹਾਨੂੰ ਦਿਖਾਵਾਂਗੇ ਜੀ। 10 ਤੋਂ ਮਤਲਬ ਸਾਰਾ ਦਿਨ ਸਵੇਰੇ ਇਹਨਾਂ ਨੂੰ ਥਾਣੇ 'ਚ ਬਿਠਾ ਰੱਖਿਆ, ਸ਼ਾਮ ਨੂੰ ਵੀ ਐਵੇਂ ਇਹਨਾਂ ਨੂੰ ਖਰਾਬ ਕੀਤਾ ਹੈ। 12 ਨੂੰ ਆਲ ਆਫ ਸਡਨ 11 ਵਜੇ ਕਹਿੰਦੇ ਜੀ ਤੁਹਾਡੇ ਬੱਚੇ ਦਾ ਜਿਹੜਾ ਪੋਸਟਮਾਰਟਮ ਹੋ ਗਿਆ, ਹੁਣ ਤੁਸੀਂ 17,000 ਰੁਪਇਆ ਚਾਰਜਸ ਦੇ ਦਿਓ ਤੇ ਇਹ ਜਿਹੜੀ ਡੈਡ ਬੋਡੀ ਹੈਗੀ ਹੈ ਬੱਚੇ ਤੁਹਾਡੇ ਦਾ ਜਿਹੜੇ ਮੌਤ ਹੋਈ ਹੈ ਇਨਕਾਊਂਟਰ 'ਚ ਗੋਲੀਆਂ ਲੱਗਣ ਕਰਕੇ ਹੋਈ ਹੈ ਜੀ, ਤੇ ਅਸੀਂ ਬੋਡੀ ਨੂੰ ਕੈਮੀਕਲ ਲਾ ਕੇ ਰੈਪ ਕਰ ਦਿੱਤਾ ਹੈ, ਕੋਵਿਡ ਕਰਕੇ ਤੁਸੀਂ ਇਹਨੂੰ ਖੋਲ੍ਹਣਾ ਨਹੀਂ ਹੈਗਾ, ਓਕੇ ਨਾ, ਸਿੱਧਾ ਸੰਸਕਾਰ ਕਰਨਾ। 12 ਜੂਨ ਨੂੰ ਜਿਹੜਾ ਬਾਈ 에ਅਰ ਡੈਡ ਬੋਡੀ ਚੰਡੀਗੜ੍ਹ ਆ ਜਾਂਦੀ ਹੈ, ਚੰਡੀਗੜ੍ਹ ਤੋਂ ਲੇਟ ਆਵਰਸ ਫਿਰੋਜ਼ਪੁਰ ਚਲੇ ਜਾਂਦੀ ਹੈ। ਉੱਥੇ ਰਾਤ ਨੂੰ ਜਦੋਂ ਫੈਮਿਲੀ ਬੋਡੀ ਨੂੰ ਖੋਲ ਕੇ ਦੇਖਦੀ ਹੈ ਤੇ ਉਹ ਦੇਖਦੀ ਹੈ ਕਿ ਜਿਹੜੇ ਇੱਕ ਬਾਂਹ 2 ਜਗ੍ਹਾ ਤੋਂ ਟੁੱਟੀ ਹੋਈ ਹੈ, ਸ਼ਾਰਪ ਇੰਜਰੀਜ਼ ਨੇ। ਸੋ ਸਵੇਰੇ ਫੋਟੋਗ੍ਰਾਫਰ ਨੂੰ ਲਿਆ ਕੇ ਉਹਦੀ ਫੋਟੋਗ੍ਰਾਫੀ ਕਰਦੇ ਨੇ, ਵੀਡੀਓ ਬਣਾਉਂਦੇ ਨੇ ਤੇ ਵਿਦ ਇਮੀਡੀਏਟ ਇਫੈਕਟ ਡਿਪਟੀ ਕਮਿਸ਼ਨਰ ਦੇ ਨੋਟਿਸ ਲਿਆ ਦਿੰਦੇ ਨੇ ਵੀ ਇਹ ਜਿਹੜਾ ਵਾ ਟਾਰਚਰ ਕੇਸ ਹੈਗਾ, ਇਹਦਾ ਸੈਕਿੰਡ ਪੋਸਟਮਾਰਟਮ ਹੋਣਾ ਚਾਹੀਦਾ। ਲੇਕਿਨ ਐਡਵੋਕੇਟ ਸਾਹਿਬ, ਜਦੋਂ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਹੁਣ ਉਹਨਾਂ ਦੀ ਜੁਰਿਸਡਿਕਸ਼ਨ ਦੇ ਵਿੱਚ ਨਹੀਂ ਹੈ, ਤਾਂ ਤੁਸੀਂ ਹੁਣ ਕੈਲਕਟਾ ਕੋਰਟ ਦੇ ਵਿੱਚ ਕਿਉਂ ਨਹੀਂ ਜਾ ਰਹੇ? ਤੁਸੀਂ ਕਿਉਂ ਸੁਪਰੀਮ ਕੋਰਟ ਦੀ ਤਰਫ ਰੁਖ ਕਰ ਰਹੇ ਹੋ? ਅਸੀਂ ਜੀ ਉਹ 'ਚ ਆਪਦਾ ਐਗਜ਼ਾਮਪਲ ਦਿੱਤੀ ਹੈ, ਮਤਲਬ ਅਸੀਂ ਕੇਸ ਨੂੰ ਲੌਜੀਕਲ ਢੰਗ ਨਾਲ ਪੁੱਟ ਕੀਤਾ ਹੈ। ਅਸੀਂ ਕੋਰਟ ਨੂੰ ਕਿਹਾ ਸੀ ਕਿ ਅਗਰ 12 ਜੂਨ ਨੂੰ ਸਾਨੂੰ ਇਹ ਕੈਲਕਟਾ ਦੇ ਵਿੱਚ ਬੋਡੀ ਦਿਖਾ ਦਿੰਦੇ, ਹੈ ਨਾ, ਫਿਰ ਅਸੀਂ ਉੱਥੇ ਚੈਲੰਜ ਕਰ ਲੈਂਦੇ। ਪੁਲਿਸ ਨੇ ਤਾਂ ਸਾਨੂੰ ਨੇੜੇ ਵੀ ਨਹੀਂ ਲੱਗਣ ਦਿੱਤਾ। ਡੈਡ ਬੋਡੀ ਨੂੰ 9 ਤਰੀਕ ਤੋਂ ਲੈ ਕੇ ਆਪਦੇ ਕਬਜ਼ੇ 'ਚ ਲੈ ਰੱਖਿਆ ਹੈ, 12 ਨੂੰ ਵੀ ਸਾਨੂੰ ਨੇੜੇ ਨਹੀਂ ਜਾਣ ਦਿੱਤਾ। ਇਹ ਪੰਜਾਬ ਪੁਲਿਸ ਦੀ ਮਾਈਂਡ ਦੇ ਵਿੱਚ ਉਹਨਾਂ ਨੂੰ ਪਤਾ ਸੀ ਵੀ ਅਸੀਂ ਗਲਤ ਕੰਮ ਕੀਤਾ। ਉਹਨਾਂ ਦਾ ਤਾਂ ਇਹ ਪ੍ਰੈਸ਼ਰ ਸੀ ਵੀ ਤੁਸੀਂ ਵਿਦਆਊਟ ਇਹਨੂੰ ਨਹਾਉਣ ਧੋਣ ਤੋਂ ਬਿਨਾਂ ਵੀ ਸਿੱਧਾ ਹੀ ਸੰਸਕਾਰ ਕਰ ਦਿਓ। ਤੇ ਜਿਹੜੀ ਪੋਸਟਮਾਰਟਮ ਰਿਪੋਰਟ ਜਿਹੜੀ ਕੈਲਕਟਾ ਦੇ ਵਿੱਚ ਹੋ ਚੁੱਕੀ ਹੈ ਪਹਿਲੀ, ਕੀ ਉਹ ਤੁਹਾਡੇ ਕੋਲ ਹਾਲੇ ਤੱਕ ਮਿਲ ਚੁੱਕੀ ਹੈ? ਦੇਖੋ, ਐਜ਼ ਪਰ ਲੀਗਲ ਰਾਈਟ ਇਹਨਾਂ ਦਾ ਫਰਜ਼ ਬਣਦਾ ਹੈ ਕਿ ਜਿਹੜੀ ਵਿਕਟਮ ਦੀ ਫੈਮਿਲੀ ਹੈ ਉਹਨੂੰ ਇਨਫੋਰਮ ਕੀਤਾ ਜਾਏ, ਉਹਨਾਂ ਨੂੰ ਔਨ ਦਾ ਸਪੋਟ ਜਿਹੜੀ ਸੀ ਐਕਸਟਰਨਲ ਇੰਜਰੀਜ਼ ਦੀ ਕਾਪੀ ਮੌਕੇ ਤੇ ਦਿੰਦੇ, ਉਹ ਇਹਨਾਂ ਨੂੰ ਨਹੀਂ ਦਿੱਤੀ। ਫਿਰ ਸੈਕਿੰਡ ਰਾਈਟ ਸੀ ਵੀ ਜਿਹੜੀ ਐਫਆਈਆਰ ਦਰਜ ਹੋਈ ਹੈ ਉਹਦੀ ਕਾਪੀ ਪਰਿਵਾਰ ਨੂੰ ਦਿੰਦੇ, ਉਹ ਵੀ ਨਹੀਂ ਇਹਨਾਂ ਨੇ ਦਿੱਤੀ। ਸੋ ਅਸੀਂ ਕੋਰਟ ਨੂੰ ਜੁਰਿਸਡਿਕਸ਼ਨ ਤੇ ਮੈਂ ਇੱਕ ਦੂਜਾ ਪੁਆਇੰਟ ਵੀ ਦੱਸਦਾ ਜੀ, ਮੈਂ ਕੋਰਟ ਨੂੰ ਦੱਸਿਆ ਸੀ ਕਿ ਜਿਹੜਾ ਜੈਪਾਲ ਭੁੱਲਰ ਹੈ ਉਹ ਪੰਜਾਬ ਦਾ ਵਸਨੀਕ ਹੈ। ਪੰਜਾਬ ਦੇ ਵਿੱਚ ਹੀ ਪੰਜਾਬ ਪੁਲਿਸ ਨੇ ਕ੍ਰਿਮੀਨਲ ਕਨਸਪੀਰੇਸੀ ਹੈਚ ਕੀਤੀ ਹੈ ਉਹਨੂੰ ਮਾਰਨ ਦੀ, ਔਰ ਬੰਗਾਲ ਦੀ ਪੁਲਿਸ ਵੀ ਕਹਿੰਦੀ ਹੈ ਵੀ ਅਸੀਂ ਇਹ ਜਿਹੜਾ ਆਪਰੇਸ਼ਨ ਸੀ ਪੰਜਾਬ ਪੁਲਿਸ ਦਾ ਸੀ, ਅਸੀਂ ਤਾਂ ਪਿੱਛੋਂ ਰਹਿ ਕੇ ਇਹਨਾਂ ਨੂੰ ਸਪੋਰਟ ਕੀਤਾ ਹੈ। ਸੋ ਜੁਰਿਸਡਿਕਸ਼ਨ ਵਾਲੀ ਗੱਲ ਦੇ ਵਿੱਚ ਅਸੀਂ
ਜੱਜ ਸਾਹਿਬ ਨੂੰ ਇਹ ਵੀ ਕਿਹਾ ਕਿ ਅਸੀਂ 482 ਦੇ ਵਿੱਚ ਇਹ ਡਿਮਾਂਡ ਨਹੀਂ ਕਰ ਰਹੇ ਵੀ ਇਹਦੀ ਕੋਈ CBI ਦੀ ਜਾਂਚ ਹੋਏ, ਇਨਕਾਊਂਟਰ ਹੈਗਾ ਕਿ ਨਹੀਂ ਹੈਗਾ। ਸਾਡਾ ਤਾਂ ਇੱਕ ਸਿੰਪਲ ਪ੍ਰੇਅਰ ਹੈ, ਸੈਕਿੰਡ ਪੋਸਟਮਾਰਟਮ ਕਰ ਦਿਓ। 2000 ਕਿਲੋਮੀਟਰ ਦੂਰ ਜਾ ਕੇ ਕਲਕੱਤਾ ਜਾਣਾ ਹੈ, ਬਹੁਤ ਮੁਸ਼ਕਲ ਹੈ, ਕਿਉਂਕਿ ਕੋਈ ਇਸ ਕਿਸਮ ਦੀ ਮਸ਼ੀਨਰੀ ਵੀ ਨਹੀਂ ਹੈਗੀ, ਅਰੇਂਜਮੈਂਟਸ ਵੀ ਨਹੀਂ ਹੈਗੇ ਕਿ ਅਸੀਂ ਲੈ ਕੇ ਜਾ ਸਕੀਏ। ਪਿਛਲੇ 8 ਦਿਨ ਤੋਂ ਜਿਹੜੀ ਬੋਡੀ ਵੀ ਹੈਗੀ ਹੈ ਉਹ ਘਰ ਦੇ ਵਿੱਚ ਹੀ ਪਈ ਹੈ ਤੇ ਖਰਾਬ ਹੋਣ ਦਾ ਵੀ ਉਹਨੂੰ ਹੋਇਆ। ਲੇਕਿਨ ਤੁਸੀਂ ਹੁਣ ਸੁਪਰੀਮ ਕੋਰਟ ਕਦੋਂ ਜਾ ਰਹੇ ਹੋ, ਕਦੋਂ ਪਟੀਸ਼ਨ ਉੱਥੇ ਆਪਣੀ ਫਾਈਲ ਕਰ ਰਹੇ ਹੋ? ਅਸੀਂ ਇਸ ਕੇਸ ਦੇ ਵਿੱਚ ਕੋਰਟ ਨੂੰ ਇਹ ਵੀ ਦੱਸਿਆ ਸੀ, ਸੁਪਰੀਮ ਕੋਰਟ ਦੀਆਂ ਜਜਮੈਂਟਸ ਕੋਰਟ ਕੀਤੀਆਂ ਨੇ ਜੀ। ਅਸੀਂ ਤੇ ਇਹਦਾ ਅੱਜ ਪੋਸੀਬਿਲਿਟੀ ਸੀ ਆਰਡਰ ਮਿਲਣ ਦੀ, ਪਰ ਉਹ ਨਹੀਂ ਮਿਲਿਆ। ਪੋਸੀਬਿਲਿਟੀ ਹੈ ਕਿ ਕੱਲ ਸਵੇਰੇ ਆਰਡਰ ਮਿਲਦੇ ਸਾਰ ਹੀ ਅਸੀਂ ਸੁਪਰੀਮ ਕੋਰਟ ਇਹਨੂੰ ਚੈਲੰਜ ਕਰਾਂਗੇ ਜੀ। ਸੋ ਇਸ ਕੇਸ ਦੇ ਵਿੱਚ ਇੱਕ ਹੋਰ ਵੀ ਬੜੀ ਇੰਟਰਸਟਿੰਗ ਗੱਲ ਹੈ ਜੀ। ਇਹ ਜਿਹੜੀ ਪੁਲਿਸ ਹੈ, ਪੰਜਾਬ ਸਰਕਾਰ ਕਹਿੰਦੀ ਹੈ ਕਿ ਸੈਕਿੰਡ ਪੋਸਟਮਾਰਟਮ ਹੋ ਨਹੀਂ ਸਕਦਾ ਹੈ ਨਾ। ਅਸੀਂ ਹੁਣ ਮੈਂ ਬੜਾ ਹੈਰਾਨ ਹਾਂ ਕਿ ਇਸੇ ਪੰਜਾਬ ਸਰਕਾਰ ਨੇ, ਇਸੇ ਪੰਜਾਬ ਪੁਲਿਸ ਨੇ ਇੱਕੋ ਭਿੱਖੀ ਪਿੰਡ ਦਾ ਔਰਦਾ ਏਜੰਟ ਸੀ ਸਰਬਜੀਤ ਜੀ, ਹੈ ਨਾ, ਜਿਹਨੂੰ ਪਾਕਿਸਤਾਨ ਦੇ ਵਿੱਚ ਕਿਸੇ ਨੇ ਜੇਲ੍ਹ 'ਚ ਮਾਰ ਦਿੱਤਾ ਸੀ, ਉਹਨੂੰ ਲਿਆ ਕੇ ਅੰਮ੍ਰਿਤਸਰ ਜੇ ਉਹਦਾ ਸੈਕਿੰਡ ਪੋਸਟਮਾਰਟਮ ਹੋ ਸਕਦਾ ਹੈ ਨਾ, ਫਿਰ ਤੇ ਇੱਥੇ ਕੋਰਟ ਨੂੰ ਆਬਜੈਕਟ ਕਰਨਾ ਚਾਹੀਦਾ ਸੀ, ਪੰਜਾਬ ਸਰਕਾਰ ਨੂੰ ਆਬਜੈਕਟ ਕਰਨਾ ਚਾਹੀਦਾ ਸੀ ਵੀ ਸਰਬਜੀਤ ਦੀ ਮੌਤ ਤਾਂ ਲਾਹੌਰ 'ਚ ਹੋਈ ਹੈ, ਉੱਥੇ ਸੈਕਿੰਡ ਪੋਸਟਮਾਰਟਮ ਹੋਏ। ਉੱਥੇ ਤਾਂ ਇਹ ਆਬਜੈਕਟ ਨਹੀਂ ਕਰਦੇ। ਜਿਹੜਾ ਇਹਨਾਂ ਦਾ ਆਪਦੇ ਦੇਸ਼ ਦਾ ਮੈਟਰ ਹੈਗਾ, ਈਵਨ ਬੀਇੰਗ ਲਾਇਰ ਮੈਂ ਮਹਿਸੂਸ ਕਰਦਾ ਕਿ ਜਿਹੜੀ ਕੋਰਟਸ, ਖਾਸ ਤੌਰ 'ਤੇ ਜਿਹੜੀਆਂ ਅਪੈਕਸ ਕੋਰਟਸ ਨੇ, ਹਾਈ ਕੋਰਟਸ ਨੇ, ਲੋਕ ਐਕਸਪੈਕਟ ਕਰਦੇ ਨੇ ਵੀ ਇਹ ਜਸਟਿਸ ਡਿਲੀਵਰ ਕਰਨਗੇ ਜੀ। ਜਸਟਿਸ ਡਿਲੀਵਰੀ ਦੇ ਰਸਤੇ 'ਚ ਜੇ ਕੋਈ ਮਾਈਨਰ ਟੈਕਨੀਕਲ ਇਸ਼ੂਜ਼ ਵੀ ਆ ਜਾਂਦੇ ਨੇ ਤਾਂ ਉਹ 'ਤੇ ਹਾਈਪਰ ਟੈਕਨੀਕਲ ਹੋ ਕੇ ਰਿਐਕਟ ਨਹੀਂ ਕਰਨਾ ਚਾਹੀਦਾ। ਸੋ ਇਹ ਮਾਈਨਰ ਮੈਟਰ ਹੈਗਾ ਜਿਹਦੇ ਵਿੱਚ ਕੋਰਟ ਨੂੰ ਨਜ਼ਰ ਆ ਰਿਹਾ ਹੈ ਕਿ ਜੇ ਪਰਿਵਾਰ ਦੀ ਇੱਕ ਵਾਰੀ ਤੁਸੀਂ ਸੈਕਿੰਡ ਪੋਸਟਮਾਰਟਮ ਕਰਾ ਦਿੰਦੇ ਹੋ, ਲੋਕਾਂ ਦਾ ਵੀ ਕਰੋਸਿਟੀ ਹੈਗੀ, ਪਤਾ ਲੱਗ ਜਾਊਗਾ ਵੀ ਇਹ ਟਾਰਚਰ ਹੋਇਆ ਕਿ ਨਹੀਂ ਹੋਇਆ। ਲੇਕਿਨ ਪਰਿਵਾਰ ਤਾਂ ਇੱਕ ਦੁਬਾਰਾ ਪੋਸਟਮਾਰਟਮ ਦੀ ਮੰਗ ਵੀ ਕਰ ਰਿਹਾ, ਲੇਕਿਨ ਉਹਦੇ ਨਾਲ ਪਰਿਵਾਰ ਨੇ ਇਹ ਵੀ ਕਿਹਾ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਮਾਰਿਆ ਗਿਆ, ਉਹਨਾਂ ਨੂੰ ਫੇਕ ਐਨਕਾਊਂਟਰ ਲੱਗਦਾ ਹੈ। ਕਿ ਪਰਿਵਾਰ ਦੇ ਤੁਸੀਂ ਵਕੀਲ ਹੋ, ਉਹਨਾਂ ਨੇ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਹੋਣੀ ਕਿ ਸੱਟਾਂ ਨੂੰ ਵੇਖ ਕੇ, ਬੋਡੀ ਦੇ ਵਿੱਚ ਜਿਹੜੀ ਸੱਟਾਂ ਲੱਗੀਆਂ ਨੇ, ਬਾਂਹ ਟੁੱਟੀ ਹੋਈ ਹੈ, ਉਸ ਦੇ ਹਿਸਾਬ ਨਾਲ ਉਹਨਾਂ ਨੂੰ ਲੱਗਦਾ ਕਿ ਇੱਕ ਫੇਕ ਐਨਕਾਊਂਟਰ ਹੈ। ਦੇਖੋ ਜੀ, ਦੋ ਇਸ਼ੂਜ਼ ਹੁੰਦੇ ਨੇ। ਮੈਂ ਬੜੇ ਲੰਬੇ ਸਮੇਂ ਤੋਂ ਹਿਊਮਨ ਰਾਈਟਸ ਦਾ ਕੰਮ ਕਰ ਰਿਹਾ ਜੀ। ਪੁਲਿਸ ਦੋ ਢੰਗ ਨਾਲ ਟਾਰਚਰ ਕਰਦੀ ਹੈ। ਜਦੋਂ ਤੇ ਪੁਲਿਸ ਨੂੰ ਪਤਾ ਹੁੰਦਾ ਵੀ ਆਪਾਂ ਬੰਦਾ ਮਾਰ ਦੇਣਾ, ਫਿਰ ਤੇ ਲੱਤਾਂ ਵੀ ਤੋੜ ਦਿੰਦੀ ਹੈ, ਬਾਹਾਂ ਵੀ ਤੋੜ ਦਿੰਦੀ ਹੈ, ਜੋ ਬਰੂਟਲ ਟਾਰਚਰ ਹੁੰਦਾ ਹੈ ਕਰ ਦਿੰਦੇ। ਟਾਰਚਰ ਕਰਨ ਤੋਂ ਬਾਅਦ ਫਿਰ ਇਹ ਗੋਲੀ ਮਾਰਦੇ ਨੇ ਤੇ ਬੰਦੇ ਨੂੰ ਮਾਰ ਦਿੰਦੇ ਨੇ ਔਰ ਉਹ ਡੈਡ ਬੋਡੀ ਨੂੰ ਮਿਸਐਪਰੋਪ੍ਰੀਏਟ ਕਰ ਦਿੰਦੇ ਨੇ। ਇੱਕ ਸੈਕਿੰਡ ਟਾਰਚਰ ਹੁੰਦਾ ਜਿੱਥੇ ਪੁਲਿਸ ਨੂੰ ਪਤਾ ਵੀ ਬੰਦੇ ਨੇ ਸਵੇਰੇ ਕੋਰਟ 'ਚ ਪੇਸ਼ ਹੋਣਾ ਹੈ, ਉੱਥੇ ਟਾਰਚਰ ਦੀ ਨੇਚਰ ਹੈ ਬਦਲ ਜਾਂਦੀ ਹੈ। ਜੈਪਾਲ ਭੁੱਲਰ ਦੇ ਕੇਸ ਵਿੱਚ ਪੰਜਾਬ ਪੁਲਿਸ ਬਹੁਤ ਸਪਸ਼ਟ ਸੀ ਵੀ ਇਹਨੂੰ ਅਸੀਂ ਮਾਰਨਾ ਹੈ। ਸੋ ਮਾਰਨ ਤੋਂ ਪਹਿਲੇ ਇਹਨਾਂ ਨੇ ਉਹਦੀਆਂ ਬਾਹਾਂ ਤੋੜੀਆਂ ਨੇ, ਹਰ ਕਿਸਮ ਦਾ ਜਿਹੜਾ ਟਾਰਚਰ ਸੀ ਉਹ ਕੀਤਾ ਹੈ। ਅਤੇ ਕਿਉਂਕਿ ਬੀਇੰਗ ਲਾਇਰ ਜਦੋਂ ਮੈਨੂੰ ਫੋਟੋਗ੍ਰਾਫਸ ਭੇਜੀਆਂ ਨੇ, ਮੈਂ ਇਹਨਾਂ ਨੂੰ ਇਮੀਡੀਏਟ ਦੱਸ ਦਿੱਤਾ ਹੈ ਕਿ ਇਹ ਜਿਹੜੀ ਬਲੈਕ ਮਾਰਕ ਹੈਗੇ ਨੇ, ਇੰਜਰੀ ਛੋਟੀ ਹੈਗੀ ਹੈ, ਪੁਆਇੰਟ ਬਲੈਂਕ ਤੋਂ ਸ਼ੂਟ ਕੀਤਾ ਗਿਆ। ਹੈ ਨਾ। ਸੋ ਇੱਕ ਹੋਰ ਵੀ ਇੰਟਰਸਟਿੰਗ ਗੱਲ ਹੈ ਕਿ ਜਦੋਂ ਬੰਦੇ ਨੂੰ ਪਤਾ ਹੈ ਕਿ ਪੁਲਿਸ ਦਾ ਘੇਰਾ ਪੈ ਗਿਆ ਹੈ, ਗੋਲੀ ਚੱਲ ਰਹੀ ਹੈ, ਤੇ ਇਹ ਵੀ ਬੜੀ ਹਾਈਲੀ ਇੰਪਰੋਬੇਬਲ ਹੈਗਾ ਕਿ ਬੰਦਾ ਆਪ ਦਾ ਪਜਾਮਾ ਲਾ ਕੇ ਤੇ ਨਿੱਕਰ ਪਾ ਕੇ ਤੇ ਈਜ਼ੀ ਮੂਡ ਵਿੱਚ ਉੱਥੇ ਤੁਰਿਆ ਫਿਰੇਗਾ, ਜਿਹੜਾ ਸਵਾਲ ਖੜਾ ਕਰਦਾ ਬੋਡੀ। ਹਾਂ, ਸੋ ਨੰਬਰ ਆਫ ਇਸ਼ੂਜ਼ ਹੈਗੇ ਨੇ ਅਜੇ। ਤਾਂ ਮਤਲਬ ਜੇ ਸਪੋਜ਼ ਕਰੋ ਕਿ CBI ਕਿਸੇ ਚੰਗੀ ਏਜੰਸੀ, ਚੰਗੇ ਅਫਸਰ ਕੋਲ ਚਲੇ ਜਾਂਦਾ ਹੈ, ਇਹਦੇ ਵਿੱਚ ਬਹੁਤ ਖੁਲਾਸੇ ਹੋਣਗੇ ਜੀ। ਤੇ ਅੱਗੇ ਮੰਗ ਤੁਸੀਂ ਕਰੋਗੇ ਪੋਸਟਮਾਰਟਮ ਦੀ ਰਿਪੋਰਟ ਦਾ? ਹਾਲੇ ਤੁਸੀਂ ਇਹ ਕਹਿ ਰਹੇ ਹੋ ਕਿ ਦੁਬਾਰਾ ਪੋਸਟਮਾਰਟਮ ਕੀਤਾ ਜਾਵੇ। ਰਿਪੋਰਟ ਜਿਸ ਹਿਸਾਬ ਨਾਲ ਆਉਂਦੀ ਹੈ ਉਸ ਤੋਂ ਬਾਅਦ ਯਾਨੀ ਕਿ ਕਿਸੇ ਹੋਰ ਇਨਵੈਸਟੀਗੇਸ਼ਨ ਏਜੰਸੀ ਨੂੰ ਵੀ ਤੁਸੀਂ ਕਹੋਗੇ, ਅਦਾਲਤ ਦੇ ਵਿੱਚ ਰੁਕ ਕਰੋਗੇ ਕਿ ਨਹੀਂ CBI ਤੋਂ ਵੀ ਜਾਂਚ ਕਰਾਈ ਜਾਏ ਜਾਂ ਫਿਰ ਕਿਸੇ ਹੋਰ ਤੋਂ? ਅਸੀਂ ਫਿਲਹਾਲ ਸਾਰੀ ਐਵੀਡੈਂਸ ਕਲੈਕਟ ਕਰ ਰਹੇ ਹਾਂ ਜੀ ਇਸ ਕੇਸ ਵਿੱਚ। ਇਸ ਕੇਸ ਦੇ ਵਿੱਚ ਬੜੇ ਵੱਡੇ ਪੋਲੀਟੀਸ਼ੀਅਨਸ, ਕਾਂਗਰਸ ਪਾਰਟੀ ਦੇ ਕਈ ਪੁਲਿਸ ਅਫਸਰ ਇਨਵੋਲਵ ਹੈਗੇ ਨੇ। 120B ਦੇ ਵਿੱਚ ਫਿਰ ਅਸੀਂ ਸਾਰਿਆਂ ਨੂੰ ਲੈ ਕੇ ਆਵਾਂਗੇ ਜੀ। ਤੇ ਜਿਹੜਾ ਇੱਕ ਪੂਰਾ ਮਾਹੌਲ ਜਿਹਾ ਇਸ ਵੇਲੇ ਕ੍ਰੀਏਟ ਹੋਇਆ ਪਿਆ ਜੈਪਾਲ ਭੁੱਲਰ ਨੂੰ ਲੈ ਕੇ, ਗੈਂਗਸਟਰ ਸੀਗਾ ਉਹ, ਕਿਉਂਕਿ ਜਿਸ ਹਿਸਾਬ ਨਾਲ ਉਸਨੇ ਕਾਰਨਾਮੇ ਕੀਤੇ ਸੀਗੇ, ਲੇਕਿਨ ਉਸ ਤੋਂ ਬਾਅਦ ਇੰਨੇ ਦਿਨ ਹੋ ਗਏ ਹਾਲੇ ਤੱਕ ਜਿਹੜਾ ਅੰਤਿਮ ਸੰਸਕਾਰ ਨਹੀਂ ਹੋ ਰਿਹਾ। ਉਸ ਤੋਂ ਬਾਅਦ ਦੇ ਉਹਦੇ ਨਾਲ ਦੇਖਿਆ ਜਾਵੇ, ਗੈਂਗਸਟਰ ਜੈਪਾਲ ਭੁੱਲਰ ਦਾ ਇੱਕ ਸਾਥੀ ਸੀਗਾ ਜਿਸ ਨੂੰ ਆਪਣਾ ਛੋਟਾ ਭਰਾ ਬੰਦਾ ਸੀ, ਸ਼ੇਰਾ ਕੁੱਬਨ, ਉਹ ਵੀ ਤੁਹਾਨੂੰ ਯਾਦ ਹੋਵੇ ਬਠਿੰਡੇ ਦੇ ਵਿੱਚ ਐਨਕਾਊਂਟਰ ਹੋਇਆ ਸੀਗਾ। ਉਹਦੇ ਵੀ ਘਰਦਿਆਂ ਨੇ ਰਿਪੋਰਟ ਜਿਹੜੀ ਹੈਗੀ ਪਟੀਸ਼ਨ ਪਾਈ ਵੀ, ਲਗਾਤਾਰ ਕੇਸ ਚੱਲ ਰਿਹਾ ਕਿ ਫੇਕ ਐਨਕਾਊਂਟਰ। ਕੀ ਲੱਗਦਾ ਕਿ ਜਦੋਂ ਗੈਂਗਸਟਰ ਦਾ ਐਨਕਾਊਂਟਰ ਹੋ ਜਾਂਦਾ ਉਸ ਤੋਂ ਬਾਅਦ ਪਰਿਵਾਰ ਹਮੇਸ਼ਾ ਹੀ ਫੇਕ ਐਨਕਾਊਂਟਰ ਦੀ ਜਿਹੜੀ ਕਹਾਣੀ ਹੈ ਉਹ ਵੀ ਆਪਣੇ ਵੱਲੋਂ ਕਹਿਣਾ ਸ਼ੁਰੂ ਕਰ ਦਿੰਦਾ ਹੈ?
ਇਸ ਪਹਿਲੇ ਤਾਂ ਦੋ ਗੱਲਾਂ ਮੈਂ ਤੁਹਾਨੂੰ ਐਜ਼ ਪਰ ਲਾਅ ਕਲੀਅਰ ਕਰਨਾ ਚਾਹੁੰਦਾ ਹੈ ਹਾਂਜੀ ਕਿ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦਾ ਆਰਟੀਕਲ ਹੈਗਾ 21 ਰਾਈਟ ਜਿਹੜਾ ਕਹਿੰਦਾ ਹੈ ਕਿ no person shall be deprived from his life except duly procedure established by law। ਉਹ ਕਹਿੰਦਾ ਹੈ ਕਿ ਜਿਹੜੀ ਜਾਨ ਲੈਣ ਦਾ ਅਧਿਕਾਰ ਆ ਇਕੱਲਾ ਅਦਾਲਤ ਕੋਲੇ ਹੈ, ਪੁਲਿਸ ਕੋਲੇ ਰਾਈਟ ਨਹੀਂ ਹੈਗਾ ਕਿਸੇ ਦੀ ਜਾਨ ਲੈ ਲਈ। ਜੀ ਫਿਰ ਜਿਹੜੀ ਤੁਸੀਂ ਬਾਰ-ਬਾਰ ਵਰਡ ਗੈਂਗਸਟਰ ਯੂਜ਼ ਕਰ ਰਹੇ ਹੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਸਾਡਾ ਜਿਹੜਾ ਕਨਸਟੀਟਿਊਸ਼ਨ ਦਾ ਆਰਟੀਕਲ 20 ਹੈਗਾ ਉਹ ਕਹਿੰਦਾ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਪ੍ਰੈਜ਼ੰਪਸ਼ਨ ਆਫ ਇਨੋਸੈਂਸ ਹੈਗੀ ਹੈ। ਜੀ ਜਦ ਤੱਕ ਕੋਰਟ ਕਿਸੇ ਨੂੰ ਗਿਲਟੀ ਡਿਕਲੇਅਰ ਨਹੀਂ ਕਰਦੀ ਤੁਸੀਂ ਉਹਨੂੰ ਮਿਲੀਟੈਂਟ ਟੈਰਰਿਸਟ ਗੈਂਗਸਟਰ ਨਹੀਂ ਕਹਿ ਸਕਦੇ। ਹੁਣ ਕਈ ਕੇਸਿਸ ਦੇ ਵਿੱਚ ਵੇਖਦੇ ਹਾਂ, ਅਗਰ ਤੁਸੀਂ ਇਹ ਡਾਟਾ ਹੀ ਕੱਢ ਲਓ ਕ੍ਰਿਮੀਨਲ ਕੇਸਿਸ ਦਾ ਜੀ ਤੇ ਮੈਜੋਰਿਟੀ ਜਿਹੜੇ ਬੰਦੇ ਐਕੁਇਟਲ ਹੁੰਦੇ ਨੇ। ਪੁਲਿਸ ਜਿੰਨੇ ਕੇਸ ਬਣਾਉਂਦੀ ਹੈ ਝੂਠੇ ਬਣਾਉਂਦੀ ਹੈ। ਜੀ ਹੁਣ ਪੰਜਾਬ ਦੇ ਇੱਕ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ, ਜੀ ਉਹਨਾਂ ਤੇ 73 FIRs ਜਿਹੜੀਆਂ ਕੀਤੀਆਂ ਨੇ ਔਰ ਸਾਰੇ ਕੇਸਾਂ 'ਚੋਂ ਬਰੀ ਹੋਏ ਨੇ। ਉਹ 73 ਦੀਆਂ ਜਿਹੜੀਆਂ ਐਕੁਇਟਲ ਜਜਮੈਂਟਸ ਮੈਂ ਤੁਹਾਨੂੰ ਦਿਖਾ ਦਿਆਂਗਾ। ਇਹ ਜਿਹੜੀ ਪੁਲਿਸ ਦੀਆਂ ਜਿਹੜੀਆਂ ਅੱਜ ਵੀ ਅਸੀਂ ਕੋਰਟ ਨੂੰ ਕਿਹਾ ਸੀ ਕਿ ਤੁਸੀਂ ਉਸ ਪੁਲਿਸ ਤੇ ਰਿਲਾਈ ਕਰ ਰਹੇ ਹੋ ਜਿਹਦਾ DGP CBI ਨੇ ਪੰਜਾਬ ਦੇ DGP ਸਮੇਤ ਸੈਣੀ ਤੇ 2 ਕਤਲਾਂ ਦੇ ਪਰਚੇ ਵੱਖੋ ਵੱਖਰੇ ਦਰਜ ਕੀਤੇ ਨੇ। ਇੱਕ ਕੇਸ 'ਚ ਉਹਨੇ 3 ਬੰਦੇ ਕਤਲ ਕੀਤੇ ਨੇ, ਇੱਕ 'ਚ 2 ਕਤਲ ਕੀਤੇ ਨੇ, ਹੈ ਨਾ। ਫਿਰ ਇਹ ਪੰਜਾਬ ਪੁਲਿਸ ਦੇ ਇਹ ਕਾਰਨਾਮੇ ਨੇ ਕਿ ਇੱਕ CBI ਨੇ ਇੱਕ SHO ਨੂੰ ਕਨਵੈਕਟ ਕਰ ਦਿੱਤਾ ਹੈ ਜੀ ਔਰ ਇਹ ਪੰਜਾਬ ਪੁਲਿਸ ਨੇ ਉਸ SHO ਨੂੰ ਪ੍ਰਮੋਟ ਕਰਕੇ SSP ਵੀ ਲਾਤਾ ਹੈ ਔਰ ਡਿਸਪਾਈਟ ਕੋਰਟ ਦੇ ਇੰਟਰਫੇਰੈਂਸ ਦੇ ਬਾਵਜੂਦ ਵੀ ਇਹਨਾਂ ਨੇ ਲਾ ਰੱਖਿਆ ਹੈ। ਔਰ 2000 ਤੋਂ ਵੱਧ ਪੰਜਾਬ ਪੁਲਿਸ ਦਾ ਮੁਲਾਜ਼ਮ ਜਿਹੜਾ ਵਾ ਕੋਰਟਾਂ ਨੇ ਕਨਵੈਕਟ ਕੀਤਾ ਅੱਜ ਵੀ ਨੌਕਰੀ ਕਰ ਰਿਹਾ ਹੈ। ਤੇ ਇੱਕ ਤੁਸੀਂ ਕੇਸ ਲੜ ਰਹੇ ਹੋ ਲੇਕਿਨ ਹੁਣ ਜਦੋਂ ਸੁਪਰੀਮ ਕੋਰਟ ਦਾ ਰੁਖ ਕਰੋਗੇ ਹੋ ਸਕਦਾ ਹੈ ਸੁਪਰੀਮ ਕੋਰਟ ਤੁਹਾਨੂੰ ਕਹੇ ਕਿ ਨਹੀਂ ਕੈਲਕਟਾ ਹਾਈ ਕੋਰਟ ਤੁਹਾਨੂੰ ਜਾਣਾ ਚਾਹੀਦਾ ਹੈ। ਦੇਖੋ ਅਸੀਂ ਬੜੇ ਸਪਸ਼ਟ ਹੈਗੇ ਹਾਂ ਜੀ। ਪਹਿਲੀ ਗੱਲ ਹੈ ਕਿ ਕੈਲਕਟਾ ਕੋਰਟ 'ਚ ਜਾਂਦੇ ਹਾਂ ਤਾਂ ਉਹ ਕਹੂਗੀ ਫਿਰ ਜਿਵੇਂ ਸਾਡੇ ਹਾਈ ਕੋਰਟ ਵਾਲੇ ਕਹਿੰਦੇ ਨੇ ਜੀ ਸਾਡਾ ਜੂਰਿਸਡਿਕਸ਼ਨ ਨਹੀਂ ਹੈਗਾ, ਉਹ ਕਹੇਗੀ ਜੀ PGI ਤੇ ਏਮਸ ਤੇ ਮੇਰਾ ਜੂਰਿਸਡਿਕਸ਼ਨ ਨਹੀਂ, ਮੈਂ ਤੇ ਕਲਕੱਤਾ ਦੇ ਅੰਡਰ ਆਰਡਰ ਪਾਸ ਕਰ ਸਕਦਾ ਜੇ ਟੈਕਨੀਕਲ ਇਸ਼ੂਜ਼ ਤੇ ਜਾਓਗੇ। ਜੀ ਦੂਸਰੀ ਗੱਲ ਹੈ ਵੀ ਆਰਟੀਕਲ 21 ਬਹੁਤ ਕਲੀਅਰ ਹੈਗਾ ਜਿਹੜਾ ਫੰਡਾਮੈਂਟਲ ਰਾਈਟ ਹੈ। ਹਰ ਵਿਕਟਮ ਦੇ ਜਿਹੜੇ ਲੀਗਲ ਹੇਅਰਸ ਨੇ ਉਹਨਾਂ ਦਾ ਰਾਈਟ ਹੈਗਾ ਇਹ ਜਾਣਨ ਦਾ ਕਿ ਉਹਨਾਂ ਦੇ ਬੱਚੇ ਦੀ ਮੌਤ ਕਿੱਦਾਂ ਹੋਈ ਹੈ ਔਰ ਉਹਦਾ ਕਾਰਨ ਤਾਂ ਹੀ ਪਤਾ ਲੱਗੇਗਾ ਜੇ ਸੈਕਿੰਡ ਪੋਸਟਮਾਰਟਮ ਹੋਊਗਾ। ਤੇ ਸੁਪਰੀਮ ਕੋਰਟ ਕੋਲੇ ਆਰਟੀਕਲ 32 ਦੇ ਵਿੱਚ ਵੀ ਪਾਵਰਸ ਹੈਗੀਆਂ ਨੇ, ਸੋ ਮੋਟੋ ਲੈ ਸਕਦੀ ਹੈ। ਸੋ ਜੀ ਇਹ ਟੈਕਨੀਕਲ ਇਸ਼ੂਜ਼ ਦੇ ਵਿੱਚ ਜੇ ਸਰਕਾਰ ਚਾਹੁੰਦੀ ਹੈ, ਕੋਰਟਸ ਚਾਹੁੰਦੀਆਂ ਨੇ ਕਿ ਡੈਡ ਬੋਡੀ ਪਈ ਖਰਾਬ ਹੋ ਜਾਏ ਗਲ ਜਾਏ ਤੇ ਫਿਰ ਲੋਕਾਂ ਦਾ ਜਿਹੜਾ ਇੱਕ ਲਾਸਟ ਲੋਕ ਫੇਥ ਕਰਦੇ ਨੇ ਕਿ ਜਿਹੜੀਆਂ ਕੋਰਟਸ ਇਨਸਾਫ ਕਰਦੀਆਂ ਨੇ ਫਿਰ ਉਹ ਜਿਹੜਾ ਲੋਕਾਂ ਦਾ ਵਿਸ਼ਵਾਸ ਹੈ ਉਹ ਘਟੇਗਾ। ਜਿਹੜੀ ਪਟੀਸ਼ਨ ਖਾਰਿਜ ਹੋਈ ਹੈ ਉਸ ਨੂੰ ਲੈ ਕੇ ਜੈਪਾਲ ਭੁੱਲਰ ਦੇ ਪਰਿਵਾਰ ਦਾ ਕੀ ਕਹਿਣਾ, ਕਿਉਂਕਿ ਉਹ ਤਾਂ ਸਾਫ਼ ਤੌਰ ਤੇ ਕਹਿ ਰਹੇ ਸੀ ਕਿ ਅੱਜ ਜਿਹੜੀ ਖਾਰਿਜ ਹੋਈ ਹੈ ਉਸ ਤੋਂ ਬਾਅਦ ਅਸੀਂ ਸੁਪਰੀਮ ਕੋਰਟ ਦਾ ਰੁਖ ਕਰਾਂਗੇ, ਲੇਕਿਨ ਇਸ ਤੋਂ ਇਲਾਵਾ ਜੱਜ ਸਾਹਿਬ ਨੇ ਹੋਰ ਕੋਈ ਫੈਸਲੇ ਦੇ ਵਿੱਚ ਆਪਣਾ ਕੀ ਸੁਣਾਇਆ? ਕਿਉਂਕਿ ਇੱਕ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਹੈ, ਦੂਜਾ ਕਿਉਂਕਿ ਤੁਸੀਂ ਇਹ ਵੀ ਇੱਕ ਮੰਗ ਨਾਲ ਕੀਤੀ ਸੀ ਕਿ ਜਿਹੜੀ ਬੋਡੀ ਹੈਗੀ ਹੈ ਉਸ ਨੂੰ ਸਿਕਿਉਰ ਕਰਨ ਵਾਸਤੇ ਉਹਨੂੰ PGI ਜਾਂ ਕਿਤੇ ਹੋਰ ਰੱਖਿਆ ਜਾਵੇ ਮੋਰਚੀ ਦੇ ਵਿੱਚ, ਉਸ ਨੂੰ ਲੈ ਕੇ ਕੀ ਕੁਝ? ਦੇਖੋ ਜੱਜ ਸਾਹਿਬ ਦੀ ਪਹਿਲੀ ਗੱਲ ਤਾਂ ਅਸੀਂ ਮੰਨ ਲਈ ਕਿ ਜੂਰਿਸਡਿਕਸ਼ਨ ਨਹੀਂ ਹੈਗਾ, ਠੀਕ ਹੈ ਜੀ, ਅਸੀਂ ਉਹ ਵੇਖ ਲਵਾਂਗੇ ਜੀ ਬਣਦਾ ਕਿ ਨਹੀਂ ਬਣਦਾ, ਸੁਪਰੀਮ ਕੋਰਟ ਚਲੇ ਜਾਵਾਂਗੇ। ਸੈਕਿੰਡ ਡਿਮਾਂਡ ਸਾਡੀ ਬੜੀ ਰੀਜ਼ਨੇਬਲ ਸੀ ਵੀ ਬੋਡੀ ਖਰਾਬ ਹੋ ਰਹੀ ਹੈ, ਫਿਰੋਜ਼ਪੁਰ ਜਿਹੜਾ ਬੜਾ ਰੂਰਲ ਏਰੀਆ ਹੈ ਜੀ ਹੈ ਨਾ, ਉੱਥੇ ਕੋਈ ਟੈਕਨੀਕਲ ਸਪੋਰਟ ਨਹੀਂ ਹੈਗੀ ਤੇ ਤੁਸੀਂ ਇਨ ਦਾ ਮੀਨ ਟਾਈਮ PGI ਦੇ ਵਿੱਚ ਐਕਸਪਰਟ ਡਾਕਟਰਸ ਦੀ ਸੁਪਰਵਿਜ਼ਨ 'ਚ ਇਹਨੂੰ ਮੋਰਚਰੀ 'ਚ ਰੱਖ ਦਿਓ, ਅਸੀਂ ਉਹਦਾ ਪੇ ਕਰਨ ਨੂੰ ਤਿਆਰ ਹੈ। ਸੋ ਇਹ ਐਡਾ ਵੱਡਾ ਇਸ਼ੂ ਨਹੀਂ ਸੀ ਹੈਗਾ ਜਿਹੜਾ ਕੋਰਟ ਨੇ ਡਿਕਲਾਈਨ ਕਰ ਦਿੱਤਾ ਹੈ। ਓਕੇ, ਮੈਂ ਸੋਚ ਰਿਹਾ ਵੀ ਇੱਥੇ ਜਿਹੜਾ ਕੋਰਟ ਨੇ ਪ੍ਰੋਪਰ ਮਾਈਂਡ ਜੁਡੀਸ਼ੀਅਸ ਮਾਈਂਡ ਅਪਲਾਈ ਨਹੀਂ ਕੀਤਾ। ਸਿਟਿੰਗ ਜੱਜ ਨੂੰ ਚਾਹੀਦਾ ਸੀ ਵੀ ਇਹ ਐਕਸਟਰਾ ਆਰਡੀਨਰੀ ਸਿਚੁਏਸ਼ਨ ਹੈਗੀ ਹੈ ਜੀ, ਇਹਦੇ ਵਿੱਚ 482 ਦੇ ਵਿੱਚ ਇਹੀ ਤਾਂ ਹੁੰਦਾ ਵੀ ਤੁਸੀਂ ਜਿਹੜਾ ਨਹੀਂ ਵੀ ਕਵਰਡ ਹੈਗਾ ਬਿਯੋਂਡ ਦਾ ਮਤਲਬ ਜਿਹੜੇ ਹੁੰਦੇ ਨੇ ਆਲ ਐਸਪੈਕਟਸ ਓਰੀਜਨਲ ਮਤਲਬ ਤੁਸੀਂ ਜਿਹੜਾ ਇਹ ਸਪੈਸ਼ਲ ਜੂਰਿਸਡਿਕਸ਼ਨ ਹੁੰਦਾ ਹੈ, ਸਪੈਸ਼ਲ ਪਾਵਰਸ ਨੇ, ਕੋਰਟ ਇਨ ਦਾ ਇੰਟਰਸਟ ਆਫ ਜਸਟਿਸ ਇਹ ਡਿਸੀਜਨ ਲੈ ਸਕਦੀ ਸੀ। ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਤੇ। ਤਾਂ ਇਹ ਸਨ ਸਾਡੇ ਨਾਲ ਜੈਪਾਲ ਭੁੱਲਰ ਦੇ ਪਰਿਵਾਰ ਦਾ ਕੇਸ ਲੜ ਰਹੇ ਐਡਵੋਕੇਟ ਸਿਮਰਨਜੀਤ ਜੀ, ਜਿਹੜੇ ਅੱਜ ਜਿਨ੍ਹਾਂ ਨੇ ਦੱਸਿਆ ਕਿ ਆਖਰ ਹਾਈ ਕੋਰਟ ਦੇ ਵਿੱਚ ਜਿਸ ਤਰੀਕੇ ਦੀ ਪਟੀਸ਼ਨ ਖਾਰਿਜ ਹੋਈ ਹੈ ਉਸ ਤੋਂ ਬਾਅਦ ਹੁਣ ਜਿਹੜਾ ਪਰਿਵਾਰ ਹੈ ਉਹ ਰੁਖ ਅਖਤਿਆਰ ਕਰੇਗਾ ਸੁਪਰੀਮ ਕੋਰਟ ਦਾ। ਵੇਖਣਾ ਇਹ ਹੋਵੇਗਾ ਕਿ ਆਖਰ ਸੁਪਰੀਮ ਕੋਰਟ ਦੇ ਵੱਲੋਂ
ਪਟੀਸ਼ਨ ਮਨਜ਼ੂਰ ਕਰ ਲਿੱਤੀ ਜਾਂਦੀ ਹੈ, ਕਿਉਂਕਿ ਪਰਿਵਾਰ ਦੀ ਇੱਕੋ ਹੀ ਮੰਗ ਹੈ ਕਿ ਪਿਛਲੇ 8 ਦਿਨਾਂ ਤੋਂ ਇਸ ਵਾਸਤੇ ਆਪਣੇ ਪੁੱਤ ਦਾ ਜਿਹੜਾ ਸੰਸਕਾਰ ਨਹੀਂ ਕਰ ਪਾ ਰਹੇ, ਕਿਉਂਕਿ ਉਹ ਚਾਹੁੰਦੇ ਨੇ ਕਿ ਇੱਕ ਵਾਰ ਦੁਬਾਰਾ ਤੋਂ ਪੋਸਟਮਾਰਟਮ ਕੀਤਾ ਜਾਵੇ। ਸਵਾਲ ਇਸ ਲਈ ਵੀ ਖੜਾ ਕਰ ਰਹੇ ਨੇ ਕਿਉਂਕਿ ਕੈਲਕਾਟਾ ਦੇ ਵਿੱਚ ਜਿਸ ਤਰੀਕੇ ਦੀ ਪੋਸਟਮਾਰਟਮ ਹੋਇਆ ਉੱਥੇ, ਤਾਂ ਉਹ ਵੀ ਜਿਹੜੀ ਰਿਪੋਰਟ ਹੈ ਹਾਲੇ ਤੱਕ ਪਰਿਵਾਰ ਨੂੰ ਮੁਹੱਈਆ ਨਹੀਂ ਕਰਵਾਈ ਗਈ। ਇਸ ਦੇ ਵਿੱਚ ਜਿਹੜੇ ਇੱਕ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਕਿ ਇਹ ਐਨਕਾਊਂਟਰ ਹੋ ਸਕਦਾ ਹੈ ਕਿ ਇੱਕ ਫੇਕ ਐਨਕਾਊਂਟਰ ਵੀ ਹੋਵੇ, ਕਿਉਂਕਿ ਲਗਾਤਾਰ ਪਰਿਵਾਰ ਇਸ ਉੱਤੇ ਵੀ ਇਸ਼ਾਰਾ ਕਰ ਰਿਹਾ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਵੀ ਉਹਨਾਂ ਦੇ ਮੁੰਡੇ ਨੂੰ ਮਾਰਿਆ ਗਿਆ। ਲੇਕਿਨ ਵੇਖਣਾ ਹੀ ਹੋਵੇਗਾ ਕਿ ਆਖਰ ਜਦੋਂ ਪਰਿਵਾਰ ਹੁਣ ਸੁਪਰੀਮ ਕੋਰਟ ਦਾ ਰੁਖ ਅਖਤਿਆਰ ਕਰਦਾ ਹੈ ਤਾਂ ਫਿਰ ਆਖਰ ਉੱਥੇ ਪਟੀਸ਼ਨ ਮਨਜ਼ੂਰ ਹੁੰਦੀ ਹੈ। ਜੇ ਮਨਜ਼ੂਰ ਹੁੰਦੀ ਹੈ ਤਾਂ ਫਿਰ ਕੀ ਦੁਬਾਰਾ ਪੋਸਟਮਾਰਟਮ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ। ਫਿਲਹਾਲ ਹੁਣ ਦੇ ਵਾਸਤੇ ਇੰਨਾ ਹੀ। ਹੋਰ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਲਗਾਤਾਰ ਵੇਖਦੇ ਰਹੋ ਸਕਾਈ ਨਿਊਜ਼ ਪੰਜਾਬ।